अस्सलाम वालेकुम जी। सियाने आंदे ने जड़ दी गुस्से सालां ते जा पैंदी है। ਉਹ ਗੱਲ ਬਣ ਗਈ ਹੈ ਕਿ 1 ਮਿੰਟ ਦੀ 1 ਸਕਿੰਟ ਦੀ ਗਲਤੀ ਜਿਹੜੀ ਨਾ ਬੰਦਿਆਂ ਦੇ ਜਾਨਾਂ ਜ਼ਾਇਆ ਹੋ ਜਾਂਦੀਆਂ ਨੇ। ਪਿਆਰੇ ਭਾਈਓ, ਤੁਸੀਂ ਵੇਖਿਆ ਹੈ ਕਿ ਗੁਜ਼ਸ਼ਤਾ 1-2 ਦਿਨ ਪਹਿਲੇ ਅਟਾਰੀ ਰੋਡ ਤੇ ਮੁਹੱਲਾ ਇਸਲਾਮਪੁਰਾ ਨਜ਼ਦ ਡੋਗਰ ਬੈਕਰੀ ਤੇ ਇੱਕ ਵਾਕਿਆ ਹੈ, ਬਹੁਤ ਹੀ ਅਫਸੋਸਨਾਕ ਔਰ ਦਿਲ ਹਿਲਾ ਦੇਣ ਵਾਲਾ ਵਾਕਿਆ ਪੇਸ਼ ਆਇਆ ਹੈ। 3 ਬੱਚੇ ਸਨ ਜਿਹੜੇ ਉਹ ਬੂਕਨ ਪਿੰਡ ਦੇ ਹੈਗੇ, 2 ਗਾਲਬਨ ਬੱਟੀਆਂ ਦੇ ਸੀ, ਇੱਕ ਬੂਕਨਾ ਪਿੰਡ ਦਾ ਸੀ। ਉਹ ਬੱਚੇ ਆਉਂਦੇ ਪਏ ਸੀ ਤੇ ਉਹ ਵੱਜੇ ਨੇ ਲੁੱਡ ਰਕਸ਼ੇ ਦੇ ਵਿੱਚ, ਔਰ ਇੱਕ ਬੱਚਾ ਜਿਹੜਾ ਨਾ ਉਹ ਫੌਰੀ ਮੌਕੇ ਤੇ ਤਕਰੀਬਨ ਕੋਈ ਘੰਟੇ ਦੇ ਬਾਅਦ ਇੰਤਕਾਲ ਕਰ ਗਿਆ ਸੀ। 2 ਬੱਚੇ, ਇੱਕ ਬੱਚਾ ਜਿਹੜਾ ਉਹ ਸ਼ਦੀਦ ਜ਼ਖਮੀ ਸੀ, ਇੱਕ ਬੱਚੇ ਦੀ ਹਾਲਤ ਕੁਝ ਬਿਹਤਰ ਸੀ। ਪਿਆਰੇ ਭਾਈਓ, ਇਹ ਰੋਜ਼ਮਰਾ ਦੇ ਜਿਹੜਾ ਹਾਦਸਾਤ ਦਾ ਹੋਣਾ ਮਾਮੂਲ ਬਣ ਗਿਆ। ਅੱਜ ਸਵੇਰ ਮੈਂ ਆਉਂਦਾ ਪਿਆ ਸਾਂ ਅਟਾਰੀ ਰੋਡ ਤੇ, ਉਹ ਵੀ ਟ੍ਰੈਫਿਕ ਦੀ ਵਜ੍ਹਾ ਨਾਲ ਇੱਕ ਵਾਕਿਆ ਪੇਸ਼ ਆਇਆ। ਇੱਕ ਗਰੀਬ ਬਜ਼ੁਰਗ ਜਿਹੜਾ ਫੇਰੀ ਵਾਲਾ ਸੀ, ਸਾਈਕਲ ਤੇ ਆਪਣੀ ਫੇਰੀ ਵਾਸਤੇ ਸਮਾਨ ਲੈਣ ਸਬਜ਼ ਮੰਡੀ ਜਾਂਦਾ ਪਿਆ ਸੀ, ਔਰ ਰਸਤੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਵਾਲੇ ਨੇ ਉਹਨੂੰ ਟੱਕਰ ਮਾਰੇ। ਮੋਟਰਸਾਈਕਲ ਵਾਲਾ ਤਾਂ ਮੌਕੇ ਤੇ ਫਾਇਦਾ ਉਠਾਉਂਦਾ ਨਿਕਲ ਗਿਆ, ਲੇਕਿਨ ਉਹ ਬਜ਼ੁਰਗ ਸ਼ਹਿਰੀ ਜਿਹੜਾ ਸੀ ਉਹਦੇ ਇੱਥੇ ਉਹ ਸਾਈਕਲ ਦਾ ਜਿਹੜਾ ਪੈਡਲ ਹੁੰਦਾ ਹੈ ਉਹ ਇੰਨਾ ਵਿਚਾਰੇ ਦੇ ਕਿੱਲ ਖੁੱਭ ਗਿਆ। ਉਹ ਫਿਰ ਫੌਰੀ ਰੈਸਕਿਊ 1122 ਦੇ ਅਸੀਂ ਐਪਰੀਸ਼ੀਏਟ ਕਰਨੇ ਇਸ ਅਦਾਰੇ ਨੂੰ ਕਿ ਖੂਨ ਦੇ ਰਿਸ਼ਤਿਆਂ ਤੋਂ ਵੀ ਪਹਿਲੇ ਪਹੁੰਚਦੇ ਨੇ। ਜਦੋਂ ਜਿੱਥੇ ਅਗਰ ਕੋਈ ਹਾਦਸਾਤ ਹੋ ਜਾਂਦੇ ਨੇ ਉੱਥੇ ਸਾਡੇ ਖੂਨ ਦੇ ਰਿਸ਼ਤੇ ਵੀ ਨਹੀਂ ਪਹੁੰਚਦੇ ਜਿੰਨੀ ਜਲਦੀ ਇਹ ਪਹੁੰਚਦੇ ਨੇ। ਇਹ ਬਹੁਤ ਖਿਦਮਤ ਕਰਦੇ ਪਏ ਨੇ ਆਵਾਮ ਦੀ। ਤੇ ਉਹ ਫੌਰੀ ਰੈਸਕਿਊ ਦਾ ਅਮਲਾ ਆਇਆ, ਉਹਨਾਂ ਆ ਕੇ ਉਹਨਾਂ ਨੂੰ ਬਾਬੇ ਜੀ ਨੂੰ ਫੌਰੀ ਉੱਥੇ ਫਸਟ ਏਡ ਇਬਤਦਾਈ ਤਿਬੀ ਇਮਦਾਦ ਕੋਈ ਮਰਮ ਪੱਟੀ ਕੀਤੀ, ਲੇਕਿਨ ਉਹ ਜ਼ਖਮ ਇੰਨਾ ਗਹਿਰਾ ਸੀ ਕਿ ਉੱਥੇ ਕੰਟਰੋਲ ਨਹੀਂ ਹੁੰਦਾ ਸੀ, ਬਲੱਡ ਰੁਕ ਗਿਆ। ਉਹਨਾਂ ਉੱਥੇ ਕੋਈ ਰੂਈ ਵਗੈਰਾ ਰੱਖ ਦਿੱਤੀ, ਫਿਰ ਉਹ ਬਾਬਾ ਜੀ ਨੂੰ ਰੈਸਕਿਊ ਕਰ ਦਿੱਤਾ ਗਿਆ ਹਸਪੀਟਲ ਦੇ ਵਿੱਚ, ਉਹਨਾਂ ਨੂੰ ਟਾਂਕੇ ਲੱਗਣੇ ਸੀ। ਹੁਣ ਭਾਈਓ, ਮਸਲਾ ਅਸਲ ਕੀ ਹੈ? ਮਸਲਾ ਹੈ ਕਿ ਇੰਕਰੋਚਮੈਂਟ, ਜਿਹੜੇ ਸਾਡੇ ਨਜਾਇਜ਼ ਤਜਾਵਜ਼ਾਤ ਨੇ ਸੜਕ ਦੇ ਉੱਤੇ, ਕੋਈ ਸ਼ਡਿਊਲ ਹੀ ਨਹੀਂ ਹੈਗਾ। ਹਾਲਾਂਕਿ ਗੌਰਮੈਂਟ ਦੀ ਤਰਫੋਂ ਇਹ ਸ਼ਡਿਊਲ ਹੈ ਕਿ ਕੋਈ ਦੁਕਾਨਦਾਰ ਬਾਹਰੋਂ ਸਮਾਨ ਅਗਰ ਮੰਗਾਦਾ ਹੈ ਨਾ, ਤਾਂ ਦਿਨ ਦੇ ਟਾਈਮ ਉਹ ਇੱਥੇ ਵੱਡੇ ਵੱਡੇ ਟਰਾਲਰ, ਵੱਡੇ ਵੱਡੇ ਟਰੱਕ ਉਹ ਇੱਥੇ ਰੋਡ ਤੇ ਦਿਨ ਦੇ ਟਾਈਮ ਬਿਲਕੁਲ ਨਾ ਲਿਆਵਣ। ਇਹ ਜੋ ਵੀ ਸਮਾਨ ਆਵੇ ਰਾਤ ਨੂੰ ਉਹਨੂੰ ਲਿਆ ਤੇ ਲਾਉਣ। ਲੇਕਿਨ ਇੱਥੇ ਕੋਈ ਬੰਦਾ ਪੁੱਛਦਾ ਨਹੀਂ ਪਿਆ। ਸਾਡੀ ਇੰਤਜ਼ਾਮੀਆ ਜਿਹੜੀ ਉਹ ਸੱਤੂ ਪਈ ਤੇ ਸੁੱਤੀ ਪਈ ਹੈ, ਕੋਈ ਬੰਦੇ ਦਾ ਖਿਆਲ ਹੀ ਨਹੀਂ ਕਰਦੇ ਪਏ। ਇਹ ਰੋਜ਼ਮਰਾ ਦੇ ਜਿਹੜੇ ਹਾਦਸਾਤ ਨੇ ਇਹ ਸਿਰਫ ਨਜਾਇਜ਼ ਤਜਾਵਜ਼ਾਤ, ਇਨਕਰੋਚਮੈਂਟ ਦੀ ਵਜ੍ਹਾ ਨਾਲ ਇਹ ਸਾਰੇ ਹੁੰਦੇ ਪਏ ਨੇ। ਹਰ ਦੁਕਾਨਦਾਰ ਆਪਣੀਆਂ ਮਨਮਾਨੀਆਂ ਕਰਦਾ ਪਿਆ। ਫੁੱਟਪਾਥ ਤੋਂ ਅੱਗੇ 5-5 ਫੁੱਟ ਉਹਨਾਂ ਸਮਾਨ ਲਾਇਆ ਹੋਇਆ, ਕੋਈ ਬੰਦਾ ਕਿਸੇ ਨੂੰ ਪੁੱਛਣ ਦੱਸਣ ਵਾਲਾ ਨਹੀਂ। ਮੇਰੀ ਚੀਫ ਆਫਿਸਰ ਮਿਊਨਿਸਪਲ ਕਮੇਟੀ ਸੈयद ਜ਼ੁਲਕਰਨ ਚਿਸ਼ਤੀ ਸਾਹਿਬ ਔਰ ਇਸ ਸਾਹਿਬ ਡੀਸੀ ਸਾਹਿਬ ਅੱਗੇ ਰਿਕਵੈਸਟ ਹੈ ਕਿ ਜਿਹੜੇ ਆ ਨਜਾਇਜ਼ ਤਜਾਵਜ਼ਾਤ ਨੇ ਜਾਂ ਜਿਹੜੇ ਲੋਕ ਦਿਨ ਨੂੰ ਵੱਡੇ ਵੱਡੇ TR ਵਾਲਾ ਗਾਰਡਰ ਮੰਗਾਉਂਦੇ ਪਏ ਨੇ, ਉਹ ਵੱਡੇ ਵੱਡੇ 22 ਵੀਲਰ ਕੰਟੇਨਰ ਟਰਾਲੇ ਦਿਨ ਦੇ ਟਾਈਮ ਲਾਉਣ ਲੱਗ ਪੈਂਦੇ ਨੇ। ਇੱਕ ਤਾਂ ਟ੍ਰੈਫਿਕ ਦੇ ਵਿੱਚ ਬੜਾ ਮਸਲਾ ਬਣਦਾ, ਜਦੋਂ ਗਾਰਡਰ ਵਗੈਰਾ ਲੈ ਤੇ ਸੜਕੋਂ ਪਾਰ ਕਰਾਸ ਕਰਦੇ ਨੇ, ਲੋਕਾਂ ਨੂੰ ਉੱਥੋਂ ਗੁਜ਼ਰਨਾ ਮੁਸ਼ਕਲ ਹੋ ਜਾਂਦਾ ਹੈ, ਲੋਕਾਂ ਨੂੰ ਰੁਕਣਾ ਪੈਂਦਾ, ਟ੍ਰੈਫਿਕ ਜਾਮ ਹੋ ਜਾਂਦੀ ਹੈ। ਬਾਅਦ ਦਫਾ ਇਹ ਵੇਖਿਆ ਕਿ ਗਾਰਡਰ ਵਗੈਰਾ ਲੈ ਜਾਂਦਿਆਂ ਕਿਸੇ ਨੂੰ ਲੱਗ ਵੀ ਜਾਂਦਾ ਹੈ, ਖੂਨ ਵੀ ਨਿਕਲ ਪੈਂਦਾ ਹੈ। ਤੋ ਇਹ ਸਾਰੇ ਇੰਤਜ਼ਾਮਾਂ ਨੂੰ ਕਿਹਨੇ ਕੰਟਰੋਲ ਕਰਨਾ ਹੈ? ਉਹ ਸਾਡੀ ਇੰਤਜ਼ਾਮੀਆ ਨੇ ਕਰਨਾ। ਮੇਰੀ ਇੰਤਜ਼ਾਮੀਆ ਅੱਗੇ ਰਿਕੁਐਸਟ ਹੈ ਕਿ ਤੁਸੀਂ ਇਹ ਅਟਾਰੀ ਰੋਡ ਦਾ, ਚੁਣੀਆਂ ਰੋਡ ਦਾ, ਹਵੇਲੀ ਰੋਡ ਦਾ ਵਿਜ਼ਿਟ ਕਰੋ, ਔਰ ਜਿਹੜੇ ਲੋਕ ਦੁਕਾਨਦਾਰ ਖਿਲਾਫ ਵਰਜ਼ੀ ਕਰਦੇ ਪਏ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਓ। तमाम ਵਾਲदैन ਅੱਗੇ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੇ ਬੱਚਿਆਂ ਤੇ ਕੰਟਰੋਲ ਕਰੋ। ਅਸਲ ਹਾਦਸਾ ਦਾ ਜ਼ਿਆਦਾ ਹੋਣਾ ਕਮ ਉਮਰੀ ਹੈ। ਉਹ ਬਾਲ ਜਿਹੜੇ ਨੇ ਭਗੋੜਿਆਂ ਦੇ ਵਿੱਚੋਂ ਨਿਕਲਦੇ ਨੇ, ਫੀਡਰ ਉਹਨਾਂ ਦੇ ਮੂੰਹ ਵਿੱਚ ਹੁੰਦਾ ਤਾਂ ਉਹ ਮੋਟਰਸਾਈਕਲਾਂ ਚਲਾਉਣ ਲੱਗ ਪੈਂਦੇ ਨੇ। ਯਾਰ ਆਪਦੇ ਬੱਚਿਆਂ ਤੇ ਕੰਟਰੋਲ ਕਰੋ। 3-3 4-4 ਬੱਚੇ ਮੋਟਰਸਾਈਕਲਾਂ 'ਤੇ ਬਹਿ ਜਾਂਦੇ ਨੇ, ਨਾ ਉਹਨਾਂ ਨੂੰ ਪਤਾ ਹੁੰਦਾ ਵੀ ਸਹੀ ਚਲਾਉਣਾ ਕੀ ਹੈ। ਜਿਹੜਾ ਅਟਾਰੀ ਰੋਡ ਵਾਲਾ ਵਾਕਿਆ ਹੋਇਆ ਇਹ ਵੀ ਉਹ ਗਲਤ ਸਾਈਡ ਤੇ ਆਉਂਦੇ ਪਏ ਸੀ ਤੇ ਉਹ ਰਕਸ਼ੇ ਦੇ ਵਿੱਚ ਵੱਜੇ ਨੇ।